जी अस्सलाम वालेकुम जी सज्जनों मित्रों ते बेलियो की हाल चाल है सारिਆਂ ਦਾ ਅੱਲਾਹ ਤਾਲਾ ਦੀ ਜ਼ਾਤ ਮੇਰੇ ਸਾਰੇ ਦੋਸਤਾਂ ਨੂੰ ਆਪਣੇ ਜ਼ਮਾਨ 'ਚ ਰੱਖੇ ਜਿਹੜੇ ਸਾਡੇ ਸੱਜਣ ਮਿੱਤਰ ਬੇਲੀ ਸਾਡੀਆਂ ਵੀਡੀਓ ਨੂੰ ਦੇਖਦੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਸਾਰੇ ਸੱਜਣਾ ਕੋਲ ਜਿਹੜੀ ਇਹ ਨਾ ਵੀਡੀਓ ਪਹੁੰਚ ਸਕੇ। ਅੱਛਾ ਜੀ ਅੱਜ ਦੀ ਵੀਡੀਓ ਦਾ ਸਾਡਾ ਮਕਸਦ ਹੈ ਕਿ ਜਿਹੜਾ ਡੈਥ ਕੇਸ ਲਾਇਸੈਂਸ ਹੈ ਉਹਦੇ ਮੁਤਲਕ ਅਸੀਂ ਵੀਡੀਓ ਬਣਾਉਣ ਲੱਗੇ ਹਾਂ ਕਿ ਡੈਥ ਕੇਸ ਲਾਇਸੈਂਸ ਨੂੰ ਤੁਸੀਂ ਕਿਵੇਂ ਟ੍ਰਾਂਸਫਰ ਕਰ ਸਕਦੇ ਜੀ। ਅਗਰ ਇੱਕ ਬੰਦਾ ਫੌਤ ਹੋ ਜਾਂਦਾ ਹੈ ਉਹਦਾ ਲਾਇਸੈਂਸ ਟ੍ਰਾਂਸਫਰ ਹੋ ਸਕਦਾ ਹੈ, ਅਗਰ ਹੋ ਸਕਦਾ ਹੈ ਤੇ ਉਹ ਕਿੰਨੇ ਨਾਂ ਹੋ ਸਕਦਾ ਹੈ, ਉਹ ਕਿਹੜੇ ਬਲੱਡ ਰਿਲੇਸ਼ਨ ਨੇ ਜਿਨ੍ਹਾਂ ਦੇ ਨਾਂ ਹੋ ਜਾਏਗਾ, ਕਿਹਨਾਂ ਦੇ ਨਾਂ ਨਹੀਂ ਹੋ ਸਕਦਾ, ਲਾਇਸੈਂਸ ਸੇਲ ਹੋ ਸਕਦਾ ਨਹੀਂ ਹੋ ਸਕਦਾ। ਇਸ ਤਰ੍ਹਾਂ ਦੇ ਸਾਨੂੰ ਹਜ਼ਾਰਾਂ ਕਮੈਂਟ ਆਉਂਦੇ ਨੇ। ਇਸ ਵਜ੍ਹਾ ਤੋਂ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਜਿਹੜੀ ਇਹਦੇ ਮੁਤਲਕ ਵੀਡੀਓ ਬਣਾਈਏ। ਅੱਛਾ ਜੀ ਇੱਕ ਜਿਹੜਾ ਪੰਜਾਬ ਦਾ ਲਾਇਸੈਂਸ ਬਣਿਆ ਹੈ ਅਸਲਾ ਲਾਇਸੈਂਸ, ਪੰਜਾਬ ਦਾ ਕੰਪਿਊਟਰਾਈਜ਼ ਲਾਇਸੈਂਸ ਬਣਿਆ ਹੈ, ਉਹਦੇ ਮੁਤਲਕ ਅਸੀਂ ਤੁਹਾਨੂੰ ਗਾਈਡ ਕਰਨ ਲੱਗੇ ਹਾਂ, ਦੱਸਣ ਲੱਗੇ ਹਾਂ ਕਿ ਤੁਸੀਂ ਉਹਨੂੰ ਕਿਵੇਂ ਟ੍ਰਾਂਸਫਰ ਕਰਾਓਗੇ। ਸਭ ਤੋਂ ਪਹਿਲੇ ਕਿ ਲਾਇਸੈਂਸ ਸੇਲ ਹੋ ਸਕਦਾ ਅਗਰ ਕੋਈ ਬੰਦਾ ਫੌਤ ਹੋ ਜਾਂਦਾ ਹੈ ਜਾਂ ਉਹਦੀ ਜ਼ਿੰਦਗੀ ਦੇ ਵਿੱਚ ਅਸਲਾ ਲਾਇਸੈਂਸ ਜਿਹੜਾ ਤੁਸੀਂ ਬਣਵਾਇਆ ਉਹ ਸੇਲ ਨਹੀਂ ਹੋ ਸਕਦਾ। ਚਾਹੇ ਉਹ ਜ਼ਿੰਦਾ ਹੈ ਚਾਹੇ ਉਹ ਫੌਤ ਹੋ ਗਿਆ, ਉਹਦਾ ਲਾਇਸੈਂਸ ਸੇਲ ਨਹੀਂ ਹੋ ਸਕਦਾ। ਵੈਪਨ ਸੇਲ ਹੋ ਸਕਦਾ, ਉਹ ਵੀ ਤੁਸੀਂ ਅਗਰ ਜਾ ਕੇ ਡੀਸੀ ਆਫਿਸ 'ਚੋਂ ਇਜਾਜ਼ਤਨਾਮਾ ਲਵੋ ਫਿਰ ਉਹ ਸੇਲ ਹੋ ਜਾਏਗਾ। ਦੂਸਰੇ ਨੰਬਰ ਤੇ ਆ ਜਾਂਦਾ ਹੈ ਕਿ ਲਾਇਸੈਂਸ ਟ੍ਰਾਂਸਫਰ ਕਿਸ ਤਰ੍ਹਾਂ ਹੁੰਦਾ ਹੈ, ਕਿਹੜੇ ਰਿਲੇਸ਼ਨ ਨੇ ਜਿਨ੍ਹਾਂ ਦੇ ਨਾਮ ਟ੍ਰਾਂਸਫਰ ਹੋ ਸਕਦਾ ਹੈ। ਅਸਲਾ ਲਾਇਸੈਂਸ ਤੁਹਾਡੀ ਔਲਾਦ ਦੇ ਨਾਮ, ਜਿਹੜਾ ਬੰਦਾ ਫੌਤ ਹੋਇਆ ਹੈ ਉਹਦੇ ਬੱਚਿਆਂ ਦੇ ਨਾਮ, ਉਹਦੀ ਬੀਵੀ ਦੇ ਨਾਮ ਉਹ ਟ੍ਰਾਂਸਫਰ ਹੋ ਸਕਦਾ ਹੈ। ਅੱਗੇ ਆ ਜਾਂਦਾ ਉਹਦਾ ਤਰੀਕਾਕਾਰ ਕਿ ਉਹਦੇ ਵਿੱਚ ਇਹ ਵੇ ਕਿ ਅਗਰ ਉਹਦੇ ਬੱਚੇ ਜਿਹੜੇ ਨੇ ਉਹ ਬਾਲਿਗ ਨੇ, ਉਹਨਾਂ ਦੀ ਏਜ 25 ਸਾਲ ਹੋ ਗਈ ਹੈ ਤੇ ਉਹ ਲਾਇਸੈਂਸ ਪਹਿਲੇ 18 ਸਾਲ ਦਾ ਹੋ ਜਾਂਦਾ ਸੀ ਲੇਕਿਨ ਹੁਣ ਉਹਨਾਂ ਨੇ 25 ਸਾਲ ਕੀਤੀ। ਅਗਰ 25 ਸਾਲ ਦੀ ਏਜ ਹੁੰਦੀ ਹੈਗੀ ਹੈ ਤੇ ਉਹ ਲਾਇਸੈਂਸ ਟ੍ਰਾਂਸਫਰ ਹੋ ਜਾਏਗਾ। ਅਗਰ ਉਹਦੀ ਏਜ 25 ਸਾਲ ਨਹੀਂ ਹੈਗੀ ਤੇ ਫਿਰ ਉਹ ਲਾਇਸੈਂਸ ਨਹੀਂ ਟ੍ਰਾਂਸਫਰ ਹੋ ਸਕਦਾ ਬੱਚਿਆਂ ਦੀ, ਫਿਰ ਉਹਦੀ ਵਾਈਫ ਦੇ ਨਾਮ ਉਹ ਜ਼ਰੂਰ ਟ੍ਰਾਂਸਫਰ ਹੋ ਸਕਦਾ ਹੈ। ਅੱਛਾ ਜੀ ਉਸ ਤੋਂ ਬਾਅਦ ਤੁਸੀਂ ਆ ਜਾਓ ਕਿ ਉਹਦੇ ਵਾਸਤੇ ਤੁਹਾਨੂੰ ਡਾਕੂਮੈਂਟਸ ਕਿਹੜੇ ਰਿਕੁਆਇਰਡ ਨੇ। ਸਭ ਤੋਂ ਪਹਿਲੇ ਤੁਹਾਡੇ ਕੋਲ ਅਸਲਾ ਲਾਇਸੈਂਸ ਹੋਣਾ ਚਾਹੀਦਾ ਕੰਪਿਊਟਰਾਈਜ਼ ਕਾਰਡ ਵਾਲਾ। ਦੂਸਰੇ ਨੰਬਰ ਤੇ ਹੈ ਕਿ ਤੁਸੀਂ ਇੱਕ ਡੈਥ ਸਰਟੀਫਿਕੇਟ ਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇੱਕ FRC ਫਾਰਮ ਜਿਹੜਾ ਨਾਦਰਾ ਦਫ਼ਤਰੋਂ ਤੁਹਾਨੂੰ ਮਿਲੇਗਾ, ਉਹਨੂੰ FRC ਫਾਰਮ ਨੂੰ ਜਿਹਦੇ ਵਿੱਚ ਉਹਦੇ ਸਾਰੇ ਬਲੱਡ ਰਿਲੇਸ਼ਨ ਲਿਖੇ ਹੋਣਗੇ, ਜਿਹੜੇ ਉਹਦੇ ਵਾਰਿਸ ਹੋਣਗੇ ਨਾ, FRC ਫਾਰਮ ਦੇ ਉੱਪਰ ਉਹ ਆ ਜਾਣਗੇ। ਉਸ ਤੋਂ ਬਾਅਦ ਇੱਕ 100 ਰੁਪਏ ਦਾ ਸਟਾਮ ਹੋਏਗਾ ਅਲਫੀਆ ਬਿਆਨ ਵੱਲੋਂ, ਅਲਫੀਆ ਬਿਆਨ ਦਾ ਸਾਰੇ ਭੈਣ ਭਾਈਆਂ ਵੱਲੋਂ। ਯਾਨੀ ਕਿ ਜਿਹੜਾ ਬੰਦਾ ਫੌਤ ਹੋਇਆ ਉਹਦਾ ਅਗਰ ਇੱਕ ਬੇਟਾ ਹੈ ਉਹ ਆਪਣੇ ਨਾਮ ਕਰਾਉਣਾ ਚਾਹੁੰਦਾ ਹੈ, ਬਾਕੀ ਬੱਚੇ ਤੇ ਉਹਦੀ ਵਾਈਫ ਵੱਲੋਂ ਇੱਕ ਸਟਾਮ ਤੇ ਲਿਖਿਆ ਜਾਏਗਾ ਕਿ ਅਸੀਂ ਆਪਣੇ ਇਸ ਭਾਈ ਨੂੰ ਆਪਣੇ ਵਾਲਦ ਦਾ ਅਸਲਾ ਲਾਇਸੈਂਸ ਦੇਣਾ ਚਾਹੁੰਦੇ ਹਾਂ, ਸਾਨੂੰ ਉਹਦੇ ਵਾਸਤੇ ਇਤਰਾਜ਼ ਕੋਈ ਨਹੀਂ ਹੈ। ਉਸ ਤੋਂ ਬਾਅਦ ਸਾਰਿਆਂ ਦੇ ID ਕਾਰਡ ਦੀਆਂ ਕਾਪੀਆਂ ਲੱਗਣਗੀਆਂ। ਜਿਸ ਬੰਦੇ ਦੇ ਨਾਮ ਲਾਇਸੈਂਸ ਟ੍ਰਾਂਸਫਰ ਹੋਣਾ ਹੈ ਉਹਦੀ ਸ਼ਨਾਖਤੀ ਕਾਰਡ ਦੀ ਕਾਪੀ, ਤਸਵੀਰਾਂ ਔਰ ਉਹਦਾ ਕਰੈਕਟਰ ਸਰਟੀਫਿਕੇਟ ਉਹਦਾ ਕਲੀਅਰ ਹੋਣਾ ਚਾਹੀਦਾ, FIR ਨਹੀਂ ਹੋਣੀ ਚਾਹੀਦੀ। ਇਹ ਸਾਰੇ ਡਾਕੂਮੈਂਟਸ ਪਹਿਲੇ ਤੁਸੀਂ ਕੰਪਲੀਟ ਕਰਨੇ ਨੇ। ਕੰਪਲੀਟ ਕਰਨ ਤੋਂ ਬਾਅਦ ਤੁਸੀਂ ਹੋਮ ਡਿਪਾਰਟਮੈਂਟ ਚਲੇ ਜਾਣਾ। ਹੋਮ ਡਿਪਾਰਟਮੈਂਟ ਤੁਸੀਂ ਅਪਲਾਈ ਕਰਨਾ ਹੈ, ਜਾ ਕੇ ਇੱਕ ਦਰਖਾਸਤ ਲਿਖਣੀ ਹੈ ਕਿ ਸਾਡੇ ਵਾਲਦ ਸਾਹਿਬ ਦਾ ਲਾਇਸੈਂਸ ਅਸੀਂ ਇਹਨੂੰ ਟ੍ਰਾਂਸਫਰ ਕਰਾਉਣਾ ਚਾਹੁੰਦੇ ਹਾਂ। ਉਹ ਦਰਖਾਸਤ ਦਿਓਗੇ, ਉੱਥੋਂ ਤੁਹਾਨੂੰ ਬੇਸਿਕਲੀ ਅਪਰੂਵਲ ਲੈਟਰ ਮਿਲੇਗਾ ਉਹਦਾ। ਹੋਮ ਡਿਪਾਰਟਮੈਂਟ ਤੋਂ ਤੁਹਾਨੂੰ ਅਪਰੂਵਲ ਲੈਟਰ ਮਿਲ ਜਾਏਗਾ। ਉਹ ਲੈਟਰ ਲੈ ਕੇ ਤੁਸੀਂ ਨਾਦਰਾ ਦਫ਼ਤਰ ਜਾਓਗੇ, ਬਾਇਓਮੈਟ੍ਰਿਕ ਕਰਾਓਗੇ। ਬਾਇਓਮੈਟ੍ਰਿਕ ਕਰਾ ਕੇ ਤੁਸੀਂ ਉੱਥੇ ਦੁਬਾਰਾ ਜਿਹੜਾ ਫਿਰ ਨਵਾਂ ਕਾਰਡ ਆਏਗਾ ਉਹ ਤੁਹਾਡੇ ਨਾਮ ਦਾ ਆਏਗਾ। ਹੁਣ ਆ ਜਾਓ ਇਹਦੇ ਉੱਤੇ ਖਰਚਾ ਕਿੰਨਾ ਹੋ ਜਾਂਦਾ ਹੈ। ਇਹਦੇ ਤੇ ਤਕਰੀਬਨ ਅਗਰ ਤਾਂ ਤੁਸੀਂ ਖੁਦ ਜਾ ਕੇ ਕਰਾ ਸਕਦੇ ਜੇ ਤੇ ਇਹਦੇ ਤੇ ਤੁਹਾਡਾ 15,000 ਰੁਪਇਆ ਖਰਚਾ ਆਏਗਾ, 15 ਤੋਂ 20,000 ਰੁਪਇਆ। ਅਗਰ ਤੁਸੀਂ ਕਿਸੇ ਵੀ ਏਜੰਟ ਨੂੰ ਦਿੰਦੇ ਜੇ, ਕਿਸੇ ਦੇ ਥਰੂ ਕਰਾਉਂਦੇ ਜਾਂ ਕਿਸੇ ਦੁਕਾਨਦਾਰ ਦੇ ਥਰੂ ਕਰਾਉਂਦੇ ਜੇ ਤੇ ਫਿਰ ਉਹਦੇ ਤੇ ਤੁਹਾਡਾ 25-30,000 ਰੁਪਇਆ ਲੱਗ ਜਾਏਗਾ। ਉਸ ਤੋਂ ਬਾਅਦ ਆ ਜਾਓ ਤੁਸੀਂ ਕਿ ਆਨਲਾਈਨ ਤੁਸੀਂ ਇਹਨੂੰ ਕਿਵੇਂ ਕਰ ਸਕਦੇ ਜੀ। ਗੌਰਮੈਂਟ ਦੀ ਜਿਹੜੀ ਐਪ ਹੈ PLMS ਦੇ ਨਾਮ ਤੋਂ, ਉਸ ਐਪ ਉੱਪਰ ਜਾਓਗੇ। ਇਹ ਸਾਰੇ ਡਾਕੂਮੈਂਟਸ ਤੁਸੀਂ ਤਸਵੀਰਾਂ ਉਤਾਰ ਕੇ ਜਾਂ ਸਕੈਨ ਕਰਕੇ ਆਪਣੇ ਮੋਬਾਈਲ 'ਚ ਰੱਖੋਗੇ, ਉਹਦੇ 'ਚ ਅਕਾਊਂਟ ਬਣਾਓਗੇ। ਅਕਾਊਂਟ ਬਣਾ ਕੇ ਇਹ ਸਾਰੇ ਫਾਰਮ ਤੁਸੀਂ ਉਹਦੇ ਵਿੱਚ ਡਾਊਨਲੋਡ ਕਰੋਗੇ। ਡਾਊਨਲੋਡ ਕਰਨ ਤੋਂ ਬਾਅਦ ਤੁਹਾਡਾ ਜਿਸਲੇ ਅਪਰੂਵਲ ਆਏਗੀ ਉਹਦਾ ਤੁਹਾਨੂੰ ਮੈਸੇਜ ਆਏਗਾ। ਆਨਲਾਈਨ ਹੀ ਉਹਦੇ ਵਿੱਚ ਫੀਸ ਤੁਹਾਡੀ ਤਰੇਗੀ, ਫੀਸ ਤਰ ਜਾਏਗੀ। ਉਸ ਤੋਂ ਬਾਅਦ ਜਿਸਲੇ ਤੁਹਾਨੂੰ ਮੈਸੇਜ ਆ ਜਾਏਗਾ ਕਿ ਤੁਹਾਡਾ ਲਾਇਸੈਂਸ ਟ੍ਰਾਂਸਫਰ ਹੋ ਗਿਆ ਹੈ
ਫਿਰ ਤੁਸੀਂ ਉਹ ਜਿਹੜਾ ਨਾ ਅੱਗੋਂ ਤੁਹਾਡਾ ਕਾਰਡ ਆ ਜਾਏਗਾ। ਲੇਕਿਨ ਫਿਲ ਵਕਤ ਬੋਰ ਚੇਂਜ ਵਾਲਾ ਕੰਮ, ਗੋਲੀਆਂ ਵਾਲਾ ਕੰਮ, ਇਹ ਤਾਂ ਆਨਲਾਈਨ ਹੋ ਜਾਂਦਾ ਖੱਪ ਖਪਾ ਕੇ। ਲੇਕਿਨ ਜਿਹੜਾ ਡੈਥ ਕੇਸ ਵਾਲਾ ਕੰਮ ਹੈ ਇਹ ਨਹੀਂ ਹੋ ਰਿਹਾ ਆਨਲਾਈਨ। ਉਹਨਾਂ ਦੇ ਚਾਹੀਦਾ, ਗੌਰਮੈਂਟ ਲੱਗੀ ਤਾਂ ਹੋਈ ਏ, ਇਹਨਾਂ ਕੋਲ ਇਹ ਐਪ ਵਾਲਾ ਕੰਮ ਚੱਲਦਾ ਨਹੀਂ ਪਿਆ ਬਜ਼ਾਹਿਰ ਜੋ ਨਜ਼ਰ ਆਉਂਦਾ ਹੈ। ਤੇ ਤੁਸੀਂ ਫਿਲ ਵਕਤ ਅਗਰ ਕੋਈ ਵੀ ਬੰਦਾ ਆਪਣਾ ਲਾਇਸੈਂਸ ਟ੍ਰਾਂਸਫਰ ਕਰਾਉਣਾ ਚਾਹੁੰਦਾ ਵਾਲਦ ਦਾ, ਉਹ ਲਾਇਸੈਂਸ ਇਸ ਤਰੀਕੇ ਨਾਲ ਟ੍ਰਾਂਸਫਰ ਕਰਾ ਸਕਦਾ ਹੈ ਕਿ ਹੋਮ ਡਿਪਾਰਟਮੈਂਟ ਤੁਸੀਂ ਜਾ ਕੇ ਉਹ ਸਾਰੇ ਡਾਕੂਮੈਂਟਸ ਉੱਥੇ ਦੇ ਕੇ, ਉੱਥੇ ਆਪਣੀ ਫਾਈਲ ਮੁਕੰਮਲ ਕਰਕੇ, ਉੱਥੋਂ ਅਪਰੂਵਲ ਲੈਟਰ ਲੈ ਕੇ ਤੇ ਤੁਸੀਂ ਨਾਦਰਾ ਤੋਂ ਆਪਣਾ ਨਵਾਂ ਕਾਰਡ ਵਾਲਾ ਲਾਇਸੈਂਸ ਜਿਹੜਾ ਨਾ ਵਾਲਦ ਦਾ ਉਹ ਲੈ ਲਵੋਗੇ। ਲੋ ਜੀ, ਅਸੀਂ ਤੁਹਾਨੂੰ ਡੈਥ ਕੇਸ ਦੇ ਮੁਤਲਕ ਸਾਰੀ ਟੋਟਲ ਇਨਫੋਰਮੇਸ਼ਨ ਦਿੱਤੀ ਹੈ। ਕਮੈਂਟ ਬਾਕਸ ਦੇ ਵਿੱਚ ਅਗਰ ਤੁਸੀਂ ਕਿਸੇ ਵੀ ਚੀਜ਼ ਦੀ ਇਨਫੋਰਮੇਸ਼ਨ ਚਾਹੁੰਦੇ ਜੇ ਜਾਂ ਤੁਸੀਂ ਚਾਹੁੰਦੇ ਜੇ ਉਹਦੇ ਤੇ ਅਸੀਂ ਵੀਡੀਓ ਬਣਾਈਏ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਲਾਜ਼ਮੀ ਉਹਦਾ ਮੈਸੇਜ ਕਰਨਾ ਹੈ। ਅਸੀਂ ਫਿਰ ਅਗਲੀ ਵੀਡੀਓ ਜਿਹੜੀ ਨੈਕਸਟ ਵੀਡੀਓ ਉਹਦੇ ਉੱਤੇ ਬਣਾ ਦਿਆਂਗੇ। ਮਿਹਰਬਾਨੀ, ਸ਼ੁਕਰੀਆ। ਆਖਰ ਦੇ ਉੱਤੇ ਮੈਂ ਫਿਰ ਸਾਰੇ ਦੋਸਤਾਂ ਨੂੰ ਰਿਕਵੈਸਟ ਕਰਨਾ ਵਾ, ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ। ਸਾਰੇ ਸੱਜਣਾ ਕੋਲੋਂ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ ਕਰਾਇਆ ਕਰੋ। ਪਾਕਿਸਤਾਨ ਜ਼ਿੰਦਾਬਾਦ।